75ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਪੰਜਾਬ ਟੁਡੇ ਦੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਸਵਾਗਤ ਹੈ ਤੁਹਾਡਾ ਸਾਡੇ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ, ਚਰਚਾ ਕਰਾਂਗੇ ਦੇਸ਼ ਭਗਤੀ, ਦੇਸ਼ ਪ੍ਰੇਮ ਦੇ ਮਾਇਨੇ ਬਾਰੇ। ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਭਾਬੀ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਮੈਂ ਠੀਕ ਹਾਂ ਸਰ। ਹੈਪੀ ਇੰਡੀਪੈਂਡੈਂਸ ਡੇ। ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ। ਅੱਜ ਦਾ ਖਬਰਾਂ ਵਿੱਚੋਂ ਖਬਰ ਕੀ ਆ ਉਹ ਪੜ੍ਹ ਦਿਓ ਸਰ। ਖਬਰਾਂ ਵਿੱਚੋਂ ਖਬਰ ਸੁਣੀ, ਖਬਰ ਦੇ ਵਿੱਚ ਆਜ਼ਾਦੀ ਦਿਵਸ ਮੁਬਾਰਕ ਹੋਵੇ, ਸੁਖੀ ਰਹੇ ਆਬਾਦੀ, ਬਣੀ ਰਹੇ ਇਹ ਏਕਤਾ, ਦੇਸ਼ ਕਰੇ ਤਰੱਕੀ, ਸੋਚ ਵੀ ਸਾਡੀ ਆਜ਼ਾਦ ਹੋਵੇ ਤਾਂ ਆਜ਼ਾਦੀ ਹੋਵੇ ਪੱਕੀ, ਆਜ਼ਾਦੀ ਹੋਵੇ ਪੱਕੀ। ਸਭ ਤੋਂ ਪਹਿਲਾਂ ਇਹ ਦੇਸ਼ ਭਗਤੀ, ਪੈਟਰੀਓਟਿਜ਼ਮ, ਨੈਸ਼ਨਲਿਜ਼ਮ, ਇਹਦੇ ਕੀ ਮਾਇਨੇ ਨੇ? ਦੇਖੋ ਜੀ, ਨੈਸ਼ਨਲਿਜ਼ਮ ਮੈਨੂੰ ਲੱਗਦਾ ਹੈ ਕਿ ਸਭ ਤੋਂ ਉੱਪਰ ਹੁੰਦਾ ਹੈ ਤੇ ਹੋਣਾ ਵੀ ਚਾਹੀਦਾ ਹੈ। ਤੇ ਜਿੱਥੇ ਹੁਣੇ ਤੁਸੀਂ ਗੱਲ ਕੀਤੀ ਹੈ ਕਿ ਆਜ਼ਾਦੀ ਹੋ ਜਾਏ ਪੱਕੀ, ਤਾਂ ਹਜੇ ਕਿਤੇ ਨਾ ਕਿਤੇ ਸਾਨੂੰ ਵੀ ਇਹ ਲੱਗਦਾ ਹੈ, ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਲੱਗਦਾ ਹੈ ਕਿ ਵੀ ਜਿਹੜੀ ਆਜ਼ਾਦੀ ਆਪਾਂ ਨੂੰ ਮਿਲੀ ਸੀ ਉਹ ਕਿਤੇ ਹਜੇ ਕੱਚੀ ਆਜ਼ਾਦੀ ਹੀ ਅਸੀਂ ਮੰਨ ਕੇ ਚੱਲ ਰਹੇ ਹਾਂ। ਤੇ ਕਈ ਸਟੇਟਮੈਂਟਸ ਵੀ ਆ ਜਾਂਦੀਆਂ, ਕਈ ਸੈਲੀਬ੍ਰਿਟੀਜ਼ ਦੀਆਂ ਵੀ, ਕਈ ਲੀਡਰਸ ਦੀਆਂ ਵੀ, ਕਿ ਜੀ ਆਜ਼ਾਦੀ ਸਹੀ ਮਾਇਨਿਆਂ 'ਚ ਨਹੀਂ ਮਿਲ ਪਾਈ, ਜਾਂ ਆਜ਼ਾਦੀ ਕਦੋਂ ਮਿਲੂਗੀ ਸਾਨੂੰ ਸਹੀ ਮਾਇਨਿਆਂ ਦੇ ਵਿੱਚ। ਤੇ ਮੇਰਾ ਤਾਂ ਮੰਨਣਾ ਇਹ ਹੈ ਕਿ ਜੀ ਜਦੋਂ ਸੋਚ ਆਜ਼ਾਦ ਹੋ ਜੂਗੀ ਸਾਡੀ, ਜਦੋਂ ਉਸ ਮਾਈਂਡਸੈਟ 'ਚੋਂ ਅਸੀਂ ਨਿਕਲਾਂਗੇ, ਗੁਲਾਮੀ ਦੀ ਮਾਨਸਿਕਤਾ 'ਚੋਂ ਨਿਕਲਾਂਗੇ, ਤੇ ਉਦੋਂ ਅਸੀਂ ਆਜ਼ਾਦ ਹੋਵਾਂਗੇ। ਤੇ ਉਹ ਆਜ਼ਾਦੀ ਦੇ ਲਈ ਸਾਨੂੰ ਨਿਰੰਤਰ ਐਫਰਟ ਕਰਦੇ ਰਹਿਣਾ ਚਾਹੀਦਾ ਤੇ ਕਰਨਾ ਪਊਗਾ, ਕਿਉਂਕਿ ਜੇ ਅਸੀਂ ਬਹੁਤ ਲੰਬਾ ਸਮਾਂ ਉਸੇ ਗੁਲਾਮ ਸੋਚ ਦੇ ਵਿੱਚ ਰਹੇ ਹਾਂ ਤਾਂ ਇੱਕਦਮ ਅਸੀਂ ਉਹਨੂੰ ਕੱਢ ਵੀ ਨਹੀਂ ਸਕਦੇ। ਤੇ ਉਹਦੇ ਲਈ ਕਈ ਪੀੜ੍ਹੀਆਂ ਨੂੰ ਕੰਮ ਕਰਨਾ ਪਊਗਾ, ਤੇ ਉਹਨਾਂ ਪੀੜ੍ਹੀਆਂ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਕੰਮ ਕਰਨਾ ਪਊਗਾ, ਤੇ ਫਿਰ ਅਸੀਂ ਆਜ਼ਾਦ ਹੋਵਾਂਗੇ। ਤੇ ਫਿਰ ਅਸੀਂ ਜਿਹੜਾ ਨੈਸ਼ਨਲਿਜ਼ਮ ਦੀ ਗੱਲ ਹੈ, ਜਾਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ, ਕਈ ਮੁੱਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਖੁੱਲ੍ਹ ਕੇ ਤਰਕ ਕਰ ਸਕਦੇ ਹਾਂ, ਜਿਨ੍ਹਾਂ ਬਾਰੇ ਖੁੱਲ੍ਹ ਕੇ ਵਿਚਾਰ ਕਰ ਸਕਦੇ ਹਾਂ। ਕਈ ਲੋਕਾਂ ਦੇ ਲਈ ਨੈਸ਼ਨਲਿਜ਼ਮ ਦਾ ਆਈਡੀਆ ਸ਼ਾਇਦ ਉਹਨਾਂ ਨੂੰ ਸਮਝ ਨਹੀਂ ਆਉਂਦਾ। ਕਈਆਂ ਨੂੰ ਲੱਗਦਾ ਕਿ ਜੀ ਨੈਸ਼ਨਲਿਜ਼ਮ ਦਾ ਆਈਡੀਆ ਜਿਹੜਾ ਉਹ ਜਿਹੜੀਆਂ ਵਿਭਿੰਨਤਾ ਹੈਗੀਆਂ, ਜਿਹੜੀ ਡਾਇਵਰਸਿਟੀ ਹੈ, ਸ਼ਾਇਦ ਉਹਨੂੰ ਖ਼ਤਮ ਕਰਦਾ ਹੈ, ਪਰ ਇਹੋ ਜਿਹਾ ਨਹੀਂ ਹੈ। ਜਦੋਂ ਅਸੀਂ ਹਿਸਟਰੀ ਦੇ ਵਿੱਚ ਜਾਂਦੇ ਹਾਂ, ਅਸੀਂ ਸਿਕੰਦਰ ਨੂੰ ਮਹਾਨ ਕਹਿੰਦੇ ਹਾਂ, ਅਲੈਗਜ਼ੈਂਡਰ ਨੂੰ, ਅਲੈਗਜ਼ੈਂਡਰ ਦਾ ਗ੍ਰੇਟ ਕਿਉਂ ਕਹਿੰਦੇ ਹਾਂ? ਕਿਉਂਕਿ ਮੈਨੂੰ ਲੱਗਦਾ ਕਿ ਸਿਕੰਦਰ ਦਾ ਜਿਹੜਾ ਸੀਗਾ ਇੱਕ ਆਈਡੀਆ, ਉਹ ਵੀ ਨੈਸ਼ਨਲਿਜ਼ਮ ਦਾ ਆਈਡੀਆ ਸੀ। ਉਹ ਸਿਕੰਦਰ ਚਾਹੁੰਦਾ ਸੀ ਜੋ ਕਿ ਮੇਰੇ ਝੰਡੇ ਦੇ ਹੇਠ, ਮੇਰੀ ਸਲਤਨਤ ਦੇ ਹੇਠ ਸਾਰੇ ਕਬੀਲੇ ਇਕੱਠੇ ਹੋਣ, ਸਟਰੈਂਥਨ ਹੋਣ, ਤੇ ਉਹ ਸਾਰੀ ਦੁਨੀਆ ਨੂੰ ਸਰ ਕਰਦਾ ਜਾ ਰਿਹਾ ਸੀ। ਤੇ ਉਹ ਵੀ ਇੱਕ ਆਈਡੀਆ, ਹਰ ਕਿਸੇ ਦਾ ਆਈਡੀਆ ਇੱਕ ਨੈਸ਼ਨਲਿਜ਼ਮ ਦਾ ਹੁੰਦਾ ਹੈ। ਹਰ ਕਿਸੇ ਦੇ ਲਈ ਨੈਸ਼ਨਲਿਜ਼ਮ ਅਲੱਗ ਚੀਜ਼ ਹੋ ਸਕਦੀ ਹੈ। ਪੰਜਾਬ ਦੀ ਗੱਲ ਕਰਾਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਰਾਜ ਆਇਆ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਬੀਲੇ ਸੀ ਵੱਖੋ-ਵੱਖ, ਤੇ ਵੱਖੋ-ਵੱਖ ਕਬੀਲੇ ਸੀ, ਵੱਖੋ-ਵੱਖ ਉਹਨਾਂ ਦੀ ਆਈਡੀਓਲੋਜੀ ਸੀ, ਵੱਖੋ-ਵੱਖ ਮਾਨਤਾਵਾਂ ਸੀ। ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਇਕੱਠੇ ਕੀਤਾ, ਜਦੋਂ ਸਾਰੇ ਇਕੱਠੇ ਹੋ ਗਏ, ਮਿਸਲਾਂ ਸੀ, ਆਲੂ ਵਾਲੀਆ ਮਿਸਲ ਸੀ, ਤੇ ਹੋਰ ਕਈ ਮਿਸਲਾਂ ਸੀ ਇਹੋ ਜਿਹੀਆਂ ਜਿਹੜੀਆਂ ਅਲੱਗ-ਅਲੱਗ ਆਪਦੀ ਆਈਡੀਓਲੋਜੀ ਨਾਲ ਚੱਲਦੀਆਂ ਸੀ। ਆਪਦਾ ਇੱਕ ਸਰਟਨ ਏਰੀਆ ਸੀਗਾ, ਤੇ ਉਹਦੇ ਵਿੱਚ ਉਹ ਰਹਿ ਕੇ ਕੰਮ ਕਰਦੇ ਸੀ। ਤੇ ਹੋਇਆ ਇਹ, ਜਦੋਂ ਉਹਨਾਂ ਨੂੰ ਸਾਰਿਆਂ ਨੂੰ ਯੂਨਾਈਟ ਕਰਤਾ, ਉਹਨਾਂ ਦੀ ਡਾਇਵਰਸਿਟੀ ਦੇ ਨਾਲ ਉਹਨਾਂ ਨੂੰ ਯੂਨਾਈਟ ਕੀਤਾ ਗਿਆ, ਤਾਂ ਉਹਨਾਂ ਕੋਲ ਉਹੀ ਏਰੀਆ ਵੱਧ ਗਿਆ। ਜਿਹਦੇ ਕੋਲ 100 ਏਕੜ ਜ਼ਮੀਨ ਸੀ ਖੇਡਣ ਵਾਸਤੇ, ਕੋਈ ਵੀ ਕੰਮ ਕਰਨ ਵਾਸਤੇ, ਕੋਈ ਬਿਜ਼ਨਸ ਕਰਨ ਵਾਸਤੇ, ਉਹਦੇ ਕੋਲ 1000 ਏਕੜ ਹੋ ਗਈ, ਉਹਦਾ ਦਾਇਰਾ ਵੱਧ ਗਿਆ। ਤੇ ਮੈਨੂੰ ਲੱਗਦਾ ਇਹ ਦਾਇਰੇ ਜਿਹੜੇ ਵਧਾਉਣ ਦੀ ਗੱਲ ਹੁੰਦੀ ਆ, ਇਹੀ ਨੈਸ਼ਨਲਿਜ਼ਮ ਹੁੰਦਾ ਹੈ। ਜਦੋਂ ਤੁਸੀਂ ਸਾਰੇ ਲੋਕਾਂ ਨੂੰ ਉਹਨਾਂ ਦੇ ਅਲੱਗ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਨੂੰ ਇੱਕ ਕਰਦੇ ਹੋ, ਤੇ ਉਹ ਨੈਸ਼ਨਲਿਜ਼ਮ ਹੁੰਦਾ ਹੈ। ਤੇ ਜਿੱਥੇ ਭਾਰਤ ਦੀ ਗੱਲ ਹੈ, ਹੁਣ ਅਸੀਂ ਇੱਕ ਆਜ਼ਾਦ ਦੇਸ਼ ਦੇ ਵਿੱਚ ਹਾਂ, ਜਿੱਥੇ ਲੋਕਤੰਤਰ ਹੈ, ਉਦੋਂ ਤਾਂ ਚਲੋ ਇਹ ਸੀਗਾ ਕਿ ਰਾਜੇ ਮਹਾਰਾਜਿਆਂ ਦੀ ਜੰਗ ਹੁੰਦੀ ਸੀ, ਹੈ ਨਾ, ਕਿ ਅਸੀਂ ਸੱਤਾ ਲੈ ਕੇ ਆਉਣੀ ਹੈ, ਤੇ ਉਦੋਂ ਕੋਈ ਵੋਟ ਨਹੀਂ ਹੁੰਦੀ ਸੀ, ਆਮ ਲੋਕਾਂ ਤੋਂ ਪੁੱਛਿਆ ਨਹੀਂ ਜਾਂਦਾ ਸੀ। ਅੱਜ ਸਾਡੇ ਕੋਲ ਲੋਕਤੰਤਰ ਹੈ, ਆਮ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਹੜੇ ਸਰਕਾਰ ਨੂੰ ਚਾਹੁੰਦੇ ਹੋ, ਕਿਹਨੂੰ ਚਾਹੁੰਦੇ ਹੋ ਕਿ ਉਹ ਤੁਹਾਡੇ ਲਈ ਯੋਜਨਾਵਾਂ ਬਣਾਵੇ, ਤੁਹਾਡੇ ਲਈ ਕੰਮ ਕਰੇ, ਹੈ ਨਾ, ਪੋਲਿਸੀਜ਼ ਨੂੰ ਲੈ ਕੇ ਆਵੇ, ਬਿਊਰੋਕਰੇਸੀ ਨੂੰ ਹੈਂਡਲ ਕਰੇ। ਉਹ ਅਸੀਂ ਆਪ ਚੁਣਦੇ ਹਾਂ। ਤੇ ਉਹਦੇ ਵਿੱਚ ਸਾਡੇ ਕੋਲ ਭਾਰਤ ਦੀ ਡਾਇਵਰਸਿਟੀ ਇੰਨੀ ਹੈ ਕਿ ਪੰਜਾਬ ਦੇ ਲੋਕ, ਉਹਨਾਂ ਦੀ ਮਾਨਸਿਕਤਾ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣ ਪੀਣ ਅਲੱਗ ਹੈ, ਕੇਰਲਾ ਦੇ ਲੋਕਾਂ ਦਾ ਅਲੱਗ ਹੈ, ਨਾਰਥ ਈਸਟ ਦੇ ਲੋਕਾਂ ਦਾ ਅਲੱਗ ਹੈ, ਉਹਨਾਂ ਦੀ ਦਿੱਖ ਅਲੱਗ ਹੈ। ਕਿਸੇ ਦੀਆਂ ਅੱਖਾਂ ਛੋਟੀਆਂ, ਕਿਸੇ ਦੀਆਂ ਅੱਖਾਂ ਵੱਡੀਆਂ,
ਤੇ ਉਹ ਸਾਰਾ ਕੁਝ ਕਿਸੇ ਦਾ ਰੰਗ ਗੋਰਾ ਹੈ, ਕਸ਼ਮੀਰ ਦੇ ਵਿੱਚ ਜਾਵਾਂਗੇ ਤਾਂ ਕਸ਼ਮੀਰ ਦੇ ਵਿੱਚ ਦੇ ਲੋਕ ਕਲਚਰਲ ਐਸਪੈਕਟਸ ਵੀ ਹੈਗੇ ਹਾਂ ਬਿਲਕੁਲ ਕਲਚਰ ਵੀ ਡਿਫਰੈਂਟ ਹੈ, ਰਹਿਣ ਸਹਿਣ ਖਾਣ ਪੀਣ ਸਭ ਕੁਝ ਡਿਫਰੈਂਟ ਹੈ। ਨਾਰਥ ਦੇ ਵਿੱਚ ਅਲੱਗ ਹੈ, ਸਾਊਥ ਦੇ ਵਿੱਚ ਅਲੱਗ ਹੈ, ਪਰ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਸਾਰਿਆਂ ਦੇ ਦਿਲਾਂ ਦੇ ਵਿੱਚ ਜਦੋਂ ਹੈ ਉਹ ਇੱਕ ਨੈਸ਼ਨਲਿਜ਼ਮ ਖੜਾ ਹੈ, ਉੱਥੇ ਇੱਕ ਭਾਰਤ ਖੜਾ ਹੈ। ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਹਿੰਦੁਸਤਾਨ ਹੈ ਤੇ ਸਾਰੇ ਲੋਕ ਬੜੇ ਪ੍ਰਾਊਡਲੀ ਕਹਿੰਦੇ ਆ ਵੀ ਲਵ ਇੰਡੀਆ ਜੀ। ਤੇ ਜਦੋਂ ਇਹ ਗੱਲ ਲੋਕੀ ਕਹਿੰਦੇ ਆ ਤਾਂ ਮੈਨੂੰ ਲੱਗਦਾ ਕਿ ਭਾਰਤ ਦੇ ਲਈ ਬੜੀ ਮਾਣ ਦੀ ਗੱਲ ਹੈ। ਹੋਰ ਇਹੋ ਜਿਹੀਆਂ ਕੋਈ ਵੀ ਕੰਟਰੀ ਨਹੀਂ ਹੈਗੀ ਜਿੱਥੇ ਇੰਨੀ ਡਾਇਵਰਸਿਟੀ ਹੋਵੇ, ਇੰਨੇ ਧਰਮਾਂ ਦੇ ਲੋਕ ਹੋਣ, ਇੰਨੀਆਂ ਜਾਤਾਂ ਦੇ ਲੋਕ ਹੋਣ, ਇੰਨੇ ਨਸਲਾਂ ਹੋਣ, ਇੰਨੇ ਰੰਗ ਅਲੱਗ ਹੋਣ, ਇੰਨੀਆਂ ਬੋਲੀਆਂ ਅਲੱਗ ਹੋਣ, ਇੰਨੀ ਇੰਟੀਗ੍ਰਿਟੀ ਹੋਵੇ। ਹੋਰ ਕੋਈ ਦੁਨੀਆ ਤੇ ਇਹੋ ਜਿਹਾ ਮੁਲਕ ਨਹੀਂ ਜਿਹੋ ਜਿਹਾ ਮੁਲਕ ਭਾਰਤ ਹੈ। ਤੇ ਮੈਨੂੰ ਲੱਗਦਾ ਹੈ ਭਾਰਤ ਦੀ ਅਸੈਪਟੈਂਸ ਹੀ ਹੈ ਜਿਹੜੀ ਉਹੀ ਭਾਰਤ ਨੂੰ ਸਾਰਿਆਂ ਤੋਂ ਵੱਖਰਾ ਬਣਾਉਂਦੀ ਹੈ ਤੇ ਇਹੀ ਭਾਰਤ ਦਾ ਨੈਸ਼ਨਲਿਜ਼ਮ ਹੈ। ਤੇ ਮੈਨੂੰ ਲੱਗਦਾ ਕਿ ਨੈਸ਼ਨਲਿਜ਼ਮ ਦਾ ਆਈਡੀਆ ਇਸ ਤਰ੍ਹਾਂ ਦਾ ਹੋਵੇ ਤਾਂ ਬਹੁਤ ਖੂਬਸੂਰਤ ਹੈ ਜੀ। ਅੱਛਾ ਸਰ, ਅੱਛਾ ਨਾਗਰਿਕ ਜਾਂ ਆਈਡਲ ਸਿਟੀਜ਼ਨ ਹੋਣ ਦੇ ਕੀ ਮਾਇਨੇ ਹੈ? ਪੈਟਰੀਓਟਿਜ਼ਮ ਦੀ ਗੱਲ ਕਰੀਏ ਤੇ ਕਿਹੜੇ ਤਰੀਕੇ ਨੇ ਜਿਹਦੇ ਨਾਲ ਪੈਟਰੀਓਟਿਜ਼ਮ ਜ਼ਾਹਿਰ ਹੋ ਸਕਦਾ ਹੈ? ਬਿਲਕੁਲ ਉਹ ਸਾਰੇ ਤਰੀਕੇ ਨੇ। ਮੈਨੂੰ ਲੱਗਦਾ ਜੇ ਤੁਸੀਂ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਹੋ ਤਾਂ ਦੇਸ਼ ਦੇ ਵਿੱਚ ਹੀ ਸੁਸਾਇਟੀ ਹੁੰਦੀ ਹੈ, ਦੇਸ਼ ਦੇ ਵਿੱਚ ਹੀ ਘਰ ਹੁੰਦਾ ਹੈ, ਦੇਸ਼ ਦੇ ਵਿੱਚ ਹੀ ਤੁਹਾਡਾ ਬਿਜ਼ਨਸ ਹੁੰਦਾ ਹੈ, ਦੇਸ਼ ਦੇ ਵਿੱਚ ਹੀ ਤੁਹਾਡੇ ਦਫ਼ਤਰ ਹੁੰਦੇ ਆ। ਤੇ ਮੈਨੂੰ ਇਹ ਲੱਗਦਾ ਕਿ ਹਰ ਜਗ੍ਹਾ ਜਦੋਂ ਅਸੀਂ ਇੱਕ ਰਿਸਪੌਂਸਿਬਲ ਪਰਸਨ ਵਾਂਗੂ ਬਿਹੇਵ ਕਰਾਂਗੇ ਤੇ ਅਸੀਂ ਉਹ ਨੈਸ਼ਨਲਿਜ਼ਮ ਦੇ ਵਿੱਚ ਆਪਣੀ ਦੇਸ਼ ਭਗਤੀ ਜ਼ਾਹਿਰ ਕਰ ਸਕਦੇ ਹਾਂ। ਅਸੀਂ ਜੇ ਸੜਕ ਤੇ ਅਸੀਂ ਕੋਈ ਕੂੜਾ ਨਾ ਸਿੱਟਾਂਗੇ ਉਹ ਵੀ ਸਾਡੀ ਦੇਸ਼ ਭਗਤੀ ਹੈ। ਜੇ ਅਸੀਂ ਰਾਈਟ ਟੂ ਕਾਸਟ ਵੋਟ, ਹਾਂ ਉਹ ਤਾਂ ਮੋਸਟ ਇੰਪੋਰਟੈਂਟ ਹੈ ਹੀ ਹੈ। ਉਹ ਤਾਂ ਜਦੋਂ ਦੇਸ਼ ਭਗਤੀ ਦਾ ਵੱਡਾ ਸਭ ਤੋਂ ਸਬੂਤ ਇਹੀ ਹੈ ਕਿ ਅਸੀਂ ਵੋਟ ਦੇਣ ਜਾਂਦੇ ਹਾਂ, ਅਸੀਂ ਦੇਸ਼ ਦੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ। ਤੇ ਦੇਸ਼ ਦੇ ਲੋਕਤੰਤਰ ਦੇ ਵਿੱਚ ਵਿਸ਼ਵਾਸ ਕਰਨਾ, ਵੋਟ ਕਾਸਟ ਕਰਨਾ ਮੋਸਟ ਇੰਪੋਰਟੈਂਟ ਹੈ। ਤੇ ਅੱਜ ਕੱਲ੍ਹ ਤਾਂ ਨੋਟਾ ਦਾ ਆਪਸ਼ਨ ਹੈ, ਜੇ ਤੁਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਦੇਣਾ ਚਾਹੁੰਦੇ ਤੇ ਤੁਸੀਂ ਨੋਟਾ ਦਾ ਬਟਨ ਦਬਾਉਂਦੇ ਹੋ ਤੇ ਉਹ ਵੀ ਤੁਹਾਡਾ ਰਾਈਟ ਹੈ, ਤੁਹਾਡਾ ਅਧਿਕਾਰ ਹੈ ਤੇ ਉਹ ਦੇਸ਼ ਦੇ ਲੋਕਤੰਤਰ ਦੇ ਵਿੱਚ ਤੁਸੀਂ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋ। ਇਹ ਸਭ ਤੋਂ ਇੰਪੋਰਟੈਂਟ ਹੈ। ਪਰ ਉਹਦੇ ਨਾਲ ਹੋਰ ਵੀ ਜਿਹੜੀਆਂ ਅਸੀਂ ਦਿਨ ਭਰ ਅਸੀਂ ਕੰਮ ਕਰਦੇ ਹਾਂ, ਦਿਨ ਭਰ ਰਹਿੰਦੇ ਹਾਂ, ਅਸੀਂ ਟ੍ਰੈਫਿਕ ਲਾਈਟ ਨੂੰ ਜੰਪ ਨਾ ਕਰੀਏ, ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦਾ ਖਿਆਲ ਰੱਖੀਏ, ਕਿਸੇ ਨੂੰ ਪਾਣੀ ਪਿਆ ਦਈਏ, ਅਸੀਂ ਬੇਈਮਾਨੀ ਨਾ ਕਰੀਏ, ਅਸੀਂ ਕਰਪਸ਼ਨ ਨਾ ਕਰੀਏ, ਕਮਿਊਨਿਟੀ ਸਰਵਿਸ ਲਈ ਵਲੰਟੀਅਰ ਕਰ ਦਈਏ, ਹਾਂ ਕਿਸੇ ਕਮਿਊਨਿਟੀ ਸਰਵਿਸ ਦੇ ਲਈ ਕਰ ਦਈਏ ਵਲੰਟੀਅਰ, ਅਸੀਂ ਕਿਸੇ ਟੈਲੈਂਟ ਨੂੰ ਸ਼ਾਬਾਸ਼ੀ ਦੇ ਦਈਏ, ਅਸੀਂ ਨੌਕਰੀ ਦੇ ਵਿੱਚ ਕਿਸੇ ਦਾ ਪੈਰ ਨਾ ਖਿੱਚੀਏ, ਅਸੀਂ ਕਰਪਸ਼ਨ ਨਾ ਕਰੀਏ। ਉਹ ਚਾਹੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਕਰਪਸ਼ਨ ਨਾ ਹੋਵੇ ਜਾਂ ਕੋਈ ਟੈਂਡਰ ਲੈਣ ਦੀ ਕਰਪਸ਼ਨ ਹੋਵੇ, 1000 ਕਰੋੜ ਦੀ ਕਰਪਸ਼ਨ ਹੋਵੇ, ਚਾਹੇ 10 ਰੁਪਏ ਦੀ ਕਰਪਸ਼ਨ ਹੋਵੇ। ਉਹ ਸਾਰੀਆਂ ਕਰਪਸ਼ਨ ਜਦੋਂ ਅਸੀਂ ਬੰਦ ਕਰ ਦਾਂਗੇ ਤਾਂ ਓਬਵੀਅਸ ਹੈ ਕਿ ਅਸੀਂ ਪ੍ਰੋਸਪੈਰਿਟੀ ਵੱਲ ਤੁਰ ਪਾਂਗੇ, ਦੇਸ਼ ਇੱਕ ਤਰੱਕੀ ਵੱਲ ਤੁਰ ਪਊਗਾ, ਦੇਸ਼ ਦੇ ਲੋਕ ਖੁਸ਼ਹਾਲ ਹੋਣੇ ਸ਼ੁਰੂ ਹੋ ਜਾਣਗੇ। ਸਾਡੀਆਂ ਸੜਕਾਂ ਜਿਹੜੀਆਂ ਤੇ ਟੋਏ ਪਏ ਰਹਿੰਦੇ ਆ ਉਹ ਟੋਏ ਨਹੀਂ ਰਹਿਣਗੇ, ਉੱਥੇ ਉਹ ਟੋਏ ਭਰ ਜਾਣਗੇ। ਸਾਡੇ ਘਰਾਂ ਦੀਆਂ ਜਿਹੜੀਆਂ ਸਰਵਿਸਿਜ਼ ਹੈ ਉਹ ਸਾਨੂੰ ਹੋਰ ਚੰਗੀ ਤਰ੍ਹਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਤੇ ਅਸੀਂ ਜਿਹੜਾ ਵੀ ਅਸੀਂ ਛੋਟੀ ਵੀ ਕਰਪਸ਼ਨ ਕਰਦੇ ਹਾਂ ਨਾ, ਅਸੀਂ ਪਾਰਕਿੰਗ ਦੇ ਲਈ ਅਸੀਂ ਕਰਪਸ਼ਨ ਕਰਦੇ ਹਾਂ, ਸਾਨੂੰ ਲੱਗਦਾ ਕਿ ਅਸੀਂ ਪਾਰਕਿੰਗ ਦੇ 5 ਰੁਪਏ ਕਿਤੇ ਦੇਣੇ ਆ ਤਾਂ ਉਹ ਦੇਣ ਦੀ ਬਜਾਏ ਅਸੀਂ ਸੜਕ ਦੇ ਕਿਨਾਰੇ ਅਸੀਂ ਗੱਡੀ ਖੜੀ ਕਰ ਦਈਏ। ਤੇ ਉਹ ਜਿਹੜੀਆਂ ਛੋਟੀਆਂ ਚੀਜ਼ਾਂ ਵੀ ਹੈ ਇਹੋ ਜਿਹੀਆਂ ਵੀ ਕਰਦੇ ਆ ਨਾ ਅਸੀਂ, ਤਾਂ ਉਹ ਵੀ ਸਾਨੂੰ ਬੰਦ ਕਰਨੀਆਂ ਪੈਣਗੀਆਂ। ਉਹ ਵੀ ਸਾਡੀ ਦੇਸ਼ ਭਗਤੀ ਦੇ ਵਿੱਚ ਰਸਤੇ ਦੇ ਵਿੱਚ ਇੱਕ ਔਕੜ ਬਣ ਕੇ ਆਉਂਦੀਆਂ ਜਦੋਂ ਅਸੀਂ ਬਿਲਕੁਲ ਕਲੀਅਰ ਹੋਵਾਂਗੇ ਕਿ ਅਸੀਂ ਆਪਣੇ ਦੇਸ਼ ਦੇ ਲਈ ਸਾਰਾ ਕੁਝ ਕੁਰਬਾਨ ਕਰਾਂਗੇ ਜੀ। ਉਹ ਕਿਸੇ ਇੱਕ ਦੇ ਨਾਲ ਨਹੀਂ ਹੋਣਾ। ਅੱਜ ਇੱਕ ਸ਼ੁਰੂਆਤ ਕਰੂਗਾ ਤਾਂ ਉਹ ਫੈਡ ਅਪ ਹੋ ਜਾਊਗਾ ਇੱਕ ਟਾਈਮ ਤੇ। ਜਦੋਂ ਸਾਰੇ ਦੇਸ਼ ਦੇ ਲੋਕ ਸਾਰੇ ਆਪਣੀ ਜ਼ਿੰਮੇਵਾਰੀ ਸਮਝਣਗੇ ਤਾਂ ਹੀ ਇਹ ਚੀਜ਼ਾਂ ਪੋਸੀਬਲ ਹੋਣਗੀਆਂ। ਸਰ ਜੇ ਆਜ਼ਾਦੀ ਦੀ ਗੱਲ ਕਰੀਏ ਤੇ ਆਜ਼ਾਦੀ ਮਿਲੀ ਕਿਵੇਂ ਸੀ ਤੇ ਸ਼ਹੀਦ ਅਸੀਂ ਕਿਹਨਾਂ ਨੂੰ ਮੰਨਦੇ ਆ? ਆਜ਼ਾਦੀ ਦੇਖੋ ਬੜੀ ਭਾਰੀ ਕੀਮਤ ਦੇਣੀ ਪਈ ਹੈ ਸਾਨੂੰ ਆਜ਼ਾਦੀ ਲਈ। ਸਾਡਾ ਗਵਾਂਢੀ ਮੁਲਕ ਜੋ ਸਾਡਾ ਹੀ ਹਿੱਸਾ ਸੀ ਪਾਕਿਸਤਾਨ, 14 ਤਾਰੀਖ ਨੂੰ ਉਹਨਾਂ ਦਾ ਇੰਡੀਪੈਂਡੈਂਸ ਡੇ ਮਨਾਇਆ ਗਿਆ। ਪਾਕਿਸਤਾਨ ਦਾ ਜਨਮ ਮੰਨਿਆ ਜਾਂਦਾ ਹੈ 14 ਤਰੀਕ ਨੂੰ ਤੇ 15 ਨੂੰ ਅਸੀਂ ਆਪਣਾ ਆਜ਼ਾਦੀ ਦਿਵਸ ਮਨਾਉਂਦੇ ਹਾਂ। ਤੇ ਉਸ ਵੇਲੇ ਅਸੀਂ ਬਹੁਤ ਭਾਰੀ ਕੀਮਤ ਦੇਣੀ ਪਈ ਸਾਨੂੰ। ਅਸੀਂ ਇੱਕ ਲੈਂਡ ਦਿੱਤੀ ਹੈ, ਆਪਣੀ ਲੈਂਡ ਦੀ ਕੀਮਤ ਅਦਾ ਕੀਤੀ ਹੈ, ਆਪਣੇ ਲੋਕਾਂ ਦੀ ਕੀਮਤ ਅਦਾ ਕੀਤੀ ਹੈ, ਆਪਣੇ ਵੱਖ ਹੋਣ ਦੀ ਕੀਮਤ ਅਦਾ ਕੀਤੀ ਹੈ ਤੇ ਉਸ ਤੋਂ ਵੀ ਵੱਡੀ ਅਸੀਂ 10 ਲੱਖ ਲੋਕਾਂ ਦੀਆਂ ਜਾਨਾਂ ਕੁਰਬਾਨ ਕੀਤੀਆਂ। ਤੇ ਇਹ ਕੁਰਬਾਨੀ ਮੈਨੂੰ ਲੱਗਦਾ ਛੋਟੀ ਨਹੀਂ ਹੈ, ਬਹੁਤ ਵੱਡੀ ਕੁਰਬਾਨੀ ਹੈ। ਤੇ
ਉਹ ਕੁਰਬਾਨੀ ਦੇ ਬਾਅਦ ਜੇ ਅਸੀਂ ਗੱਲ ਕਰਦੇ ਹਾਂ ਸ਼ਹੀਦਾਂ ਦੀ ਵੀ ਆਜ਼ਾਦੀ ਸਾਨੂੰ ਲੈ ਕੇ ਕਿਹਨਾਂ ਨੇ ਦਿੱਤੀ ਹੈ, ਤਾਂ ਉਹ ਸ਼ਹੀਦ ਉਸ ਵੇਲੇ ਦੇ ਸਾਰੇ ਲੋਕ ਹੀ ਅਸੀਂ ਉਹਨਾਂ ਨੂੰ ਸ਼ਹੀਦ ਮੰਨ ਸਕਦੇ ਹਾਂ, ਜਿਨ੍ਹਾਂ ਨੇ ਥੋੜਾ ਵੀ ਐਫਰਟ ਪਾਇਆ, ਜਿਨ੍ਹਾਂ ਨੇ ਕੋਈ ਵੀ ਸੈਕਰੀਫਾਈਸ ਕੀਤੇ। ਤੇ ਉਹ ਜਦੋਂ ਸਾਰਿਆਂ ਦੇ ਵਿੱਚ ਏਕਤਾ ਆਈ ਤਾਂ ਹੀ ਸਾਨੂੰ ਆਜ਼ਾਦੀ ਮਿਲ ਪਾਈ। ਤੇ ਉਸ ਵੇਲੇ ਤੇ ਚਾਹੇ ਕਿਸੇ ਦਾ ਛੋਟਾ ਹੀ ਐਫਰਟ ਕਿਉਂ ਨਾ ਹੋਵੇ, ਚਾਹੇ ਕਿਸੇ ਨੇ ਕਿਸੇ ਆਜ਼ਾਦੀ ਘੁਲਾਟੀਏ ਨੂੰ ਪਾਣੀ ਹੀ ਕਿਉਂ ਨਾ ਪਿਆਇਆ ਹੋਵੇ, ਉਹ ਵੀ ਸਾਡੇ ਲਈ ਸ਼ਹੀਦ ਹੈ ਜੀ। ਉਹਨਾਂ ਦਾ ਵੀ ਸਨਮਾਨ ਓਨਾ ਹੀ ਬਣਦਾ ਹੈ। ਤੇ ਜਿਨ੍ਹਾਂ ਨੇ ਇੱਕ ਸਾਡੇ ਨਾ ਲੋਕਾਂ ਦੇ ਵਿੱਚ ਕਨਫਿਊਜ਼ਨ ਰਹਿੰਦੀ ਹੈ, ਅਸੀਂ ਆਈਡੀਓਲੋਜੀਜ਼ ਬਣਾ ਲੈਂਦੇ ਹਾਂ ਆਪਣੀਆਂ ਤੇ ਕਈ ਮਹਾਤਮਾ ਗਾਂਧੀ ਜੀ ਨੂੰ ਬੁਰਾ ਭਲਾ ਕਹਿੰਦੇ ਆ, ਕਈ ਉਹਨਾਂ ਦੇ ਫੇਵਰ 'ਚ ਹੁੰਦੇ ਆ, ਕਈ ਭਗਤ ਸਿੰਘ ਨੂੰ ਬੁਰਾ ਭਲਾ ਕਹਿੰਦੇ ਆ, ਕਈ ਉਹਨਾਂ ਦੇ ਫੇਵਰ 'ਚ ਹੁੰਦੇ ਆ। ਤੇ ਇਹੋ ਜਿਹੇ ਬਹੁਤ ਲੋਕ ਘੱਟ ਹੁੰਦੇ ਆ, ਪਰ ਇਹ ਚਰਚਾਵਾਂ ਵੀ ਕਿਤੇ ਨਾ ਕਿਤੇ ਛੋਟੀ ਚਰਚਾ ਚੱਲਦੀ ਹੈ ਕਿ ਅਸਲ ਆਜ਼ਾਦੀ ਦਵਾਈ ਕਿਹਨੇ ਆ। ਆਜ਼ਾਦੀ ਦੇ ਵਿੱਚ ਹਰ ਤਰੀਕੇ ਨਾਲ ਹਰ ਤਰੀਕੇ ਦੇ ਲੋਕਾਂ ਦਾ ਸਾਥ ਰਿਹਾ, ਹਰ ਤਰੀਕੇ ਦੇ ਲੋਕਾਂ ਨੇ ਆਪਦਾ ਹਿੱਸਾ ਪਾਇਆ। ਤੇ ਉਹ ਚਾਹੇ ਅੰਦੋਲਨ ਕਰਕੇ ਹੋਵੇ, ਚਾਹੇ ਕਿਸੇ ਵਾਇਲੈਂਟ ਤਰੀਕੇ ਦੇ ਨਾਲ ਹੋਵੇ, ਚਾਹੇ ਗਰਮ ਤਰੀਕਾ ਅਪਣਾ ਕੇ ਹੋਵੇ। ਤੇ ਉਹ ਸਾਰੀਆਂ ਚੀਜ਼ਾਂ ਜਦੋਂ ਰਲੀਆਂ, ਸਾਰੇ ਲੋਕਾਂ ਦੇ ਐਫਰਟ ਰਲੇ, ਤੇ ਤਾਂ ਕਿਤੇ ਜਾ ਕੇ ਸਾਨੂੰ ਆਜ਼ਾਦੀ ਹਾਸਿਲ ਹੋਈ ਹੈ। ਤੇ ਇਹ ਖੂਬਸੂਰਤ ਦੇਸ਼ ਸਾਡੇ ਕੋਲ ਹੈ, ਸਾਡੀ ਆਜ਼ਾਦੀ ਹੈ। ਅਸੀਂ ਆਪਣੀਆਂ ਸਰਕਾਰਾਂ ਚੁਣਦੇ ਹਾਂ, ਆਪਣੇ ਲੋਕਾਂ ਦੇ ਲਈ ਭਲਾਈ ਦੇ ਲਈ ਕੰਮ ਕਰਦੇ ਹਾਂ, ਚਾਹੇ ਉਹ ਸਰਪੰਚੀ ਦੀ ਗੱਲ ਹੋਵੇ ਪਿੰਡ ਦੀ, ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਲ ਹੋਵੇ। ਸਾਨੂੰ ਆਜ਼ਾਦੀ ਆ ਪੂਰੀ ਕਿ ਅਸੀਂ ਆਪਣੇ ਰਿਪਰੈਜ਼ੈਂਟੇਟਿਵ ਆਪ ਚੁਣਦੇ ਹਾਂ ਤੇ ਉਹਨਾਂ ਨੂੰ ਚੁਣ ਕੇ ਆਪ ਅਸੀਂ ਭੇਜਦੇ ਹਾਂ ਕਿ ਤੁਸੀਂ ਸਾਡੇ ਲਈ ਕੰਮ ਕਰੋ। ਤੇ ਇਹ ਖੂਬਸੂਰਤੀ ਹੈ ਸਾਡੇ ਦੇਸ਼ ਦੀ। ਤੇ ਉਹਨਾਂ ਸਾਰੇ ਸ਼ਹੀਦਾਂ ਨੂੰ ਅੱਜ ਦੇ ਦਿਨ ਯਾਦ ਕਰਨਾ ਚਾਹੀਦਾ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਵਾਰੀਆਂ, ਚਾਹੇ ਚੰਦਰ ਸ਼ੇਖਰ ਆਜ਼ਾਦ ਹੋਣ, ਚਾਹੇ ਭਗਤ ਸਿੰਘ ਹੋਣ, ਚਾਹੇ ਮਹਾਤਮਾ ਗਾਂਧੀ ਹੋਣ, ਜਾਂ ਉਸ ਤੋਂ ਬਾਅਦ ਵੀ ਕਈ ਲੋਕ ਰਹੇ ਆ ਜਿਨ੍ਹਾਂ ਨੂੰ ਅਸੀਂ ਤਗਮੇ ਦੇ ਕੇ ਸਨਮਾਨਿਤ ਜਿਨ੍ਹਾਂ ਨੂੰ ਅਸੀਂ ਤਗਮੇ ਦੇ ਕੇ ਤਾਂ ਸਨਮਾਨਿਤ ਕੀਤਾ ਕਿ ਇਹ ਆਜ਼ਾਦ ਹਿੰਦ ਫੌਜ ਦੇ ਵਿੱਚ ਰਹੇ ਆ ਜਾਂ ਆਜ਼ਾਦੀ ਦੇ ਵਿੱਚ ਕਿਤੇ ਇਹਨਾਂ ਦਾ ਯੋਗਦਾਨ ਰਿਹਾ। ਤੇ ਅਸੀਂ ਹਰ ਸਾਲ ਉਹਨਾਂ ਨੂੰ ਸਨਮਾਨਿਤ ਕਰਦੇ ਹਾਂ ਜਿਨ੍ਹਾਂ ਦੀਆਂ ਉਮਰਾਂ ਬਹੁਤ ਹੋ ਚੁੱਕੀਆਂ, ਜਿਨ੍ਹਾਂ ਨੇ ਆਜ਼ਾਦੀ ਵੇਲੇ ਲੜਾਈ ਲੜੀ ਹੈ। ਤੇ ਮੈਨੂੰ ਲੱਗਦਾ ਕਿ ਉਹ ਤਗਮੇ ਵੀ ਉਹਨਾਂ ਦੇ ਲਈ ਕਾਫੀ ਨਹੀਂ ਹੈ। ਉਹਨਾਂ ਦੇ ਯੋਗਦਾਨ ਦੇ ਵਿੱਚ ਸਾਨੂੰ ਹੋਰ ਵੀ ਉਹਨਾਂ ਨੂੰ ਅਸੀਂ ਜੋ ਦੇਣਾ ਚਾਹੀਦਾ ਅਸੀਂ ਦੇ ਹੀ ਨਹੀਂ ਪਾ ਰਹੇ। ਉਹਨਾਂ ਨੂੰ ਮੈਨੂੰ ਲੱਗਦਾ ਕਿ ਸਭ ਤੋਂ ਉੱਚਾ ਸਨਮਾਨ ਮਿਲਣਾ ਚਾਹੀਦਾ, ਜਿਨ੍ਹਾਂ ਨੇ ਆਪਣੇ ਦੇਸ਼ ਦੀ, ਆਪਣੇ ਲੋਕਾਂ ਦੇ ਲਈ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ। ਜੀ ਸਰ, ਬਿਲਕੁਲ ਜੀ। ਸੋ ਨੈਕਸਟ ਸੈਗਮੈਂਟ ਵੱਲ ਚੱਲਦੇ ਹਾਂ ਸਰ, ਪੜ੍ਹ ਲੈਂਦੇ ਹਾਂ ਹੋਰ ਖਬਰਾਂ ਜੀ। ਮਾਨ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਮੁੜ ਸ਼ੁਰੂ ਕਰਨ ਦਾ ਐਲਾਨ। ਦੇਸ਼ ਦੀ ਆਜ਼ਾਦੀ ਦੇ 75 ਵਰ੍ਹੇ ਹੋਣ ਦੇ ਸੁਭਾਗੇ ਮੌਕੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸੂਬੇ ਦੇ ਵਿਕਾਸ ਵਿੱਚ ਹਿੱਸੇਦਾਰ ਬਣਾਉਣ, ਯੁਵਾ ਸ਼ਕਤੀ ਨੂੰ ਹੁਲਾਰਾ ਦੇਣ ਅਤੇ ਉਹਨਾਂ ਨੂੰ ਸਸ਼ਕਤੀਕਰਨ ਲਈ ਪਿਛਲੇ ਸਮੇਂ ਤੋਂ ਰੁਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਨੌਜਵਾਨਾਂ ਲਈ ਚੰਡੀਗੜ੍ਹ ਵਿਖੇ ਉਸਾਰੇ ਯੁਵਾ ਭਵਨ ਦਾ ਨਵੀਨੀਕਰਨ ਅਤੇ ਪੁਨਰ ਸੁਰਜੀਤੀ ਕੀਤੀ ਜਾ ਰਹੀ ਹੈ। ਇਹ ਖੁਲਾਸਾ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਥੇਰ ਨੇ ਸੈਕਟਰ 42 ਸਥਿਤ ਯੁਵਕ ਸੇਵਾਵਾਂ ਦੇ ਡਾਇਰੈਕਟੋਰੇਟ ਯੁਵਾ ਭਵਨ ਵਿਖੇ ਕੀਤੀ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅੱਗੇ ਲੈ ਜਾਣ ਅਤੇ ਨੌਜਵਾਨਾਂ ਨੂੰ ਸੂਬੇ ਦੀ ਅਗਵਾਈ ਲਈ ਤਿਆਰ ਕਰਨ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਦੇ ਸਿੱਟੇ ਵਜੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ। ਇਸ ਪੁਰਸਕਾਰ ਵਿੱਚ 51,000 ਰੁਪਏ ਦੀ ਨਗਦ ਰਾਸ਼ੀ, ਇੱਕ ਮੈਡਲ, ਇੱਕ ਸਕਰੋਲ, ਇੱਕ ਬਲੇਜ਼ਰ ਅਤੇ ਇੱਕ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਘਰ-ਘਰ ਰਾਸ਼ਨ ਸਕੀਮ ਨੂੰ ਇੱਕੋ ਪੜਾਅ ਵਿੱਚ ਲਾਗੂ ਕਰੇਗੀ। ਸੂਬੇ ਦੇ ਲੋਕਾਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਦੀ ਦ੍ਰਿੜ ਵਚਨਬੱਧਤਾ ਨਾਲ ਸੂਬਾ ਸਰਕਾਰ ਇਸ ਸਾਲ 1 ਅਕਤੂਬਰ ਤੋਂ ਆਟਾ ਦੀ ਹੋਮ ਡਿਲੀਵਰੀ ਸੇਵਾ ਦੀ ਸ਼ੁਰੂਆਤ ਕਰੇਗੀ। ਇਸ ਯੋਜਨਾ ਨੂੰ ਸੂਬੇ ਭਰ ਵਿੱਚ ਇੱਕੋ ਪੜਾਅ 'ਚ ਲਾਗੂ ਕੀਤਾ ਜਾਵੇਗਾ। ਪੂਰੇ ਸੂਬੇ ਨੂੰ 8 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਨੇ ਦੱਸਿਆ ਕਿ ਸਕੀਮ ਤਹਿਤ ਸਰਕਾਰ ਵੱਲੋਂ NFSA ਅਧੀਨ ਰਜਿਸਟਰ ਹਰੇਕ ਲਾਭਪਾਤਰੀ ਨੂੰ ਆਟਾ ਦੀ ਹੋਮ ਡਿਲੀਵਰੀ ਦਾ ਵਿਕਲਪ ਦਿੱਤਾ ਜਾਵੇਗਾ। ਕੋਈ ਵੀ ਲਾਭਪਾਤਰੀ ਜੋ ਖੁਦ ਡਿਪੂ ਤੋਂ ਕਣਕ ਲੈਣਾ ਚਾਹੁੰਦਾ ਹੈ, ਉਸ ਕੋਲ ਮੁਫਤ ਵਿੱਚ ਢੁਕਵੇਂ IT ਦਖਲ ਨਾਲ ਇਸ ਦੀ ਚੋਣ ਕਰਨ ਦਾ ਵਿਕਲਪ ਹੋਵੇਗਾ। ਰਾਸ਼ਨ ਦੀ ਵੰਡ ਹੁਣ ਤਿਮਾਹੀ ਦੀ ਥਾਂ ਮਹੀਨਾਵਾਰ ਢੰਗ ਨਾਲ ਕੀਤੀ ਜਾਵੇਗੀ। ਪ੍ਰਾਈਵੇਟ ਬੱਸ ਆਪਰੇਟਰਾਂ ਦੀਆਂ ਮੰਗਾਂ ਤੇ ਸਰਕਾਰ ਨਾਲ ਬਣੀ ਸਹਿਮਤੀ, ਮੀਟਿੰਗ ਉਪਰੰਤ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਬੱਸ ਆਪਰੇਟਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ ਸਮਾਪਤ ਕਰ ਦਿੱਤਾ ਹੈ। ਦੋਵਾਂ ਮੰਤਰੀਆਂ ਨੇ ਪੰਜਾਬ ਭਵਨ ਵਿਖੇ ਪ੍ਰਾਈਵੇਟ ਆਪਰੇਟਰਾਂ ਨਾਲ ਮੀਟਿੰਗ ਕੀਤੀ, ਜਿੱਥੇ ਉਹਨਾਂ ਦੀਆਂ ਮੰਗਾਂ ਨੂੰ ਇੱਕ-ਇੱਕ ਕਰਕੇ ਵਿਚਾਰਿਆ ਗਿਆ। ਮੰਤਰੀਆਂ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਸੁਹਰਦ ਹੈ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਸੂਬੇ ਦਾ ਵਿਕਾਸ ਕਰਨਾ ਚਾਹੁੰਦੀ ਹੈ। ਲਾਲ ਸਿੰਘ ਚੱਡਾ ਫਿਲਮ ਵੇਖ ਕੇ ਆਏ ਭਗਵੰਤ ਮਾਨ ਆਮਿਰ ਖਾਨ ਤੇ ਉਹਨਾਂ ਦੀ ਟੀਮ ਨੂੰ ਦਿੱਤੀ ਵਧਾਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਾਲ ਸਿੰਘ ਚੱਡਾ ਫਿਲਮ ਵੇਖ ਕੇ ਆਏ ਸਨ। ਇਸ ਸੰਬੰਧੀ ਉਹਨਾਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਉਹਨਾਂ ਨੇ ਲਿਖਿਆ ਕਿ ਅੱਜ ਲਾਲ ਸਿੰਘ ਚੱਡਾ ਫਿਲਮ ਦੇਖਣ ਦਾ ਮੌਕਾ ਮਿਲਿਆ। ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫ਼ਰਤਾਂ ਦੇ ਬੀਜ ਕੋਮਲ ਦਿਲਾਂ 'ਚ ਨਾ ਉਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ। ਆਮਿਰ ਖਾਨ ਅਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ। ਦੱਸ ਦਈਏ ਕਿ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਇਸ ਫਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕੱਲ ਕਈ ਥਾਂ ਸਿਨੇਮਾ ਘਰਾਂ ਵਿੱਚ ਇਸ ਫਿਲਮ ਦੇ ਚੱਲਣ ਦਾ ਵਿਰੋਧ ਵੀ ਕੀਤਾ ਗਿਆ ਸੀ, ਜਿਸ ਕਾਰਨ ਮੌਕੇ ਉੱਤੇ ਪੁਲਿਸ ਤੈਨਾਤ ਕਰਨੀ ਪਈ। ਸਰ, ਅੱਜ ਦੀ ਸਰਕਾਰੀ ਖਬਰ ਦੇ ਵਿੱਚ ਕੀ ਖਾਸ ਹੈ? ਅੱਜ ਦੀ ਸਰਕਾਰੀ ਖਬਰ ਅੱਜ ਅਸੀਂ ਪੜਾਂਗੇ ਨਹੀਂ, ਅੱਜ ਸੁਣਾਂਗੇ ਜੀ। ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਕੀ ਕਹਿੰਦੇ ਨੇ, ਆਜ਼ਾਦੀ ਲਈ ਕੀ ਸੰਦੇਸ਼ ਦਿੰਦੇ ਨੇ ਆਜ਼ਾਦੀ ਦਿਵਸ ਤੇ ਉਹ ਦੇਖਦੇ ਹਾਂ ਜੀ। ਸਰ, ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਤੇ ਲੁਧਿਆਣਾ ਦੇ ਖੂਬਸੂਰਤ ਸਟੇਡੀਅਮ ਦੇ ਵਿੱਚ ਇਕੱਤਰ ਹੋਏ ਮੇਰੇ ਕੈਬਨਿਟ ਦੇ ਸਾਥੀ MLA ਸਾਹਿਬਾਨ, ਪਾਰਟੀ ਦੇ ਸੀਨੀਅਰ ਅਹੁਦੇਦਾਰ ਸਾਹਿਬਾਨ, ਵਲੰਟੀਅਰ ਵਰਕਰ ਸਾਹਿਬਾਨ, ਪ੍ਰਸ਼ਾਸਨ, ਪੁਲਿਸ ਦੇ ਸੀਨੀਅਰ ਆਫੀਸਰ ਸਾਹਿਬਾਨ ਔਰ ਸਾਡੇ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਦੀ ਰਾਖੀ ਕਰਨ ਵਾਲੇ 6-6 ਫੁੱਟੇ ਜਵਾਨ ਜਿਹੜੇ ਇੱਕ ਡਿਸਪਲਿਨ ਦੇ ਵਿੱਚ ਅੱਜ ਪਰੇਡ ਕਰ ਰਹੇ ਨੇ। ਔਰ ਇਸ ਤੋਂ ਇਲਾਵਾ ਨੌਜਵਾਨ ਵੀਰ, ਮਾਵਾਂ, ਭੈਣਾਂ, ਬਜ਼ੁਰਗ ਤੇ ਸਭ ਤੋਂ ਵੱਧ ਸਕੂਲਾਂ ਦੇ ਵੱਖ-ਵੱਖ ਸਕੂਲਾਂ ਦੇ ਮੇਰੇ ਪਿਆਰੇ ਬੱਚੇ ਬੱਚੀਆਂ, ਸਭ ਤੋਂ ਪਹਿਲਾਂ ਮੇਰੇ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਬਹੁਤ-ਬਹੁਤ ਮੁਬਾਰਕਾਂ। ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਅੱਜ ਬਹੁਤ ਹੀ ਖਾਸ ਦਿਨ ਹੈ, ਦੇਸ਼ ਲਈ ਖਾਸ ਦਿਨ ਹੈ। ਅੱਜ ਤੋਂ 75 ਸਾਲ ਪਹਿਲਾਂ ਇਹ ਤਿਰੰਗਾ ਐਦਾਂ ਝੂਲਦਾ ਨਹੀਂ ਸੀ। ਇਸ ਦੀ ਜਗ੍ਹਾ ਕੋਈ ਹੋਰ ਝੰਡਾ ਸੀ। ਸਾਡੇ ਆਜ਼ਾਦੀ ਘੁਲਾਟੀਆਂ ਨੇ, ਸਾਡੇ ਨੌਜਵਾਨਾਂ ਨੇ ਇਹ ਸੁਪਨਾ ਲਿਆ ਕਿ ਮੁਲਕ ਆਪਣਾ ਹੈ, ਝੰਡਾ ਬਗਾਨਾ ਕਿਉਂ। ਤਾਂ ਉਹ ਕੁੱਦ ਪਏ ਆਜ਼ਾਦੀ ਦੀ ਜੰਗ 'ਚ। ਬੜੀਆਂ ਕੁਰਬਾਨੀਆਂ ਹੋਈਆਂ ਨੇ। ਪੰਜਾਬ ਤਾਂ ਇਸ ਗੱਲ ਦਾ ਗਵਾਹ ਹੈ ਕਿ ਜਿੰਨੀਆਂ ਕੁਰਬਾਨੀਆਂ ਪੰਜਾਬ ਨੇ ਕੀਤੀਆਂ ਨੇ ਇਸ ਝੰਡੇ ਨੂੰ ਉੱਚਾ ਰੱਖਣ ਵਾਸਤੇ, ਉਨੀਆਂ ਕਿਸੇ ਸੂਬੇ 'ਚੋਂ ਨਹੀਂ ਹੋਈਆਂ। ਸਾਡੇ ਹਰ ਇੱਕ ਪਿੰਡ ਵਿੱਚ ਕੋਈ ਨਾ ਕੋਈ ਸ਼ਹੀਦ ਦਾ ਯਾਦਗਾਰੀ ਗੇਟ ਹੋਇਆ। ਸਾਡੇ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਸ਼ਹੀਦ ਦਾ ਬੁੱਤ ਬਣਿਆ ਹੋਇਆ। ਸੋ ਅਸੀਂ ਇਸ ਤਿਰੰਗੇ ਨੂੰ ਜਿੰਨਾ ਜਾਣਦੇ ਹਾਂ, ਸਾਡੇ ਤੋਂ ਵੱਧ ਨੇੜਿਓਂ ਇਸ ਤਿਰੰਗੇ ਨੂੰ ਦੇਸ਼ ਦੇ ਵਿੱਚ ਕੋਈ ਨਹੀਂ ਜਾਣਦਾ ਹੋਣਾ। ਕਿਉਂਕਿ ਸਾਡੇ ਤਾਂ ਅੱਜ ਵੀ
ਨੌਜਵਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਰਡਰਾਂ ਦੇ ਉੱਤੇ ਇਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਸੀਨਾ ਤਾਣੀ ਖੜੇ ਨੇ। ਪਹਿਲੀ ਗੋਲੀ ਦੁਸ਼ਮਣ ਵੱਲੋਂ ਆਊਗੀ ਤਾਂ ਪੰਜਾਬੀਆਂ ਦਾ ਸੀਨਾ ਉਹਦੇ ਸਾਹਮਣੇ ਖੜਾ ਹੈ, ਕੰਕਰੀਟ ਦੀ ਦੀਵਾਰ ਬਣ ਕੇ। ਅਸੀਂ ਤਾਂ ਤਿਰੰਗੇ 'ਚ ਲਿਪਟ ਕੇ ਆਉਨੇ ਆ, ਇਸ ਤਿਰੰਗੇ ਨੂੰ ਉੱਚਾ ਰੱਖਣ ਵਾਸਤੇ। ਉਹਨਾਂ ਸ਼ਹੀਦਾਂ ਨੂੰ ਅੱਜ ਨਮਨ ਕਰਨ ਦੀ ਲੋੜ ਹੈ। ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਆਜ਼ਾਦ, ਅਸ਼ਫਾਕ ਅੱਲਾ, ਕਿੰਨੇ ਕੁ ਨਾਮ ਲਈਏ ਆਜ਼ਾਦੀ ਦੇ ਘੁਲਾਟੀਆਂ। ਔਰ ਬਹੁਤਿਆਂ ਨੇ ਆਜ਼ਾਦੀ ਦਾ ਦਿਨ ਦੇਖਿਆ ਨਹੀਂ। ਉਦੋਂ ਪਹਿਲੇ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ 1931 ਦੇ ਵਿੱਚ ਫਾਂਸੀ ਹੋ ਗਈ ਸੀ। ਆਜ਼ਾਦੀ 16 ਸਾਲਾਂ ਬਾਅਦ ਆਈ ਸੀ, ਪਰ ਜੋਤ ਨਾਲ ਜੋਤ ਜਗੀ ਸੀ, ਲਹਿਰ ਪੈਦਾ ਹੋਈ ਸੀ ਕਿ ਚਲੋ ਹੁਣ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਰਸਤੇ ਨੂੰ ਆਪਾਂ ਲੰਬਾ ਕਰਦੇ ਹਾਂ। ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਦੀ ਵਰਸੀ ਹੈ। ਉਹ ਡਲਹੌਜੀ ਦੇ ਵਿੱਚ ਸੀ ਅੱਜ ਦੇ ਦਿਨ, ਜਿਨ੍ਹਾਂ ਨੇ ਜਲਾਵਤਨੀ ਕੱਟੀ। ਉਹਨਾਂ ਨੂੰ ਮੁਲਕ ਨਿਕਾਲਾ, ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਕੁਦਰਤ ਦਾ ਸੰਜੋਗ ਦੇਖੋ, ਜਿੱਦਾਂ ਦੇਸ਼ ਆਜ਼ਾਦ ਹੋਇਆ ਉਹਦੇ ਰੱਬ ਨੇ ਆਪਣੇ ਕੋਲੇ ਬੁਲਾ ਲਿਆ। ਜਾਂਦੇ ਹੋਏ ਕਹਿ ਕੇ ਗਏ ਸੀ, ਚਲੋ ਸ਼ੁਕਰ ਹੈ ਆਖਰੀ ਸਾਹ ਆਜ਼ਾਦੀ ਨਾਲ ਲਿਆ। ਇਹੋ ਜਿਹੇ ਸਾਡੇ ਕੋਲੇ ਦੇਸ਼ ਭਗਤ ਪਏ ਨੇ। ਸੋ ਵੀਰੋ, ਸਾਡਾ ਇਹ ਜ਼ੁਲਮ ਦੇ ਖਿਲਾਫ ਲੜਨ ਦਾ ਜਜ਼ਬਾ ਬਹੁਤ ਪੁਰਾਣਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ ਸੀ, ਸਾਡੀ ਲੜਾਈ ਤਾਂ ਉਸੇ ਦਿਨ ਤੋਂ ਚੱਲ ਪਈ ਸੀ। ਜ਼ੁਲਮ ਦੇ ਖਿਲਾਫ ਬੋਲਣ ਦਾ ਗੁਰੂ ਨਾਨਕ ਸਾਹਿਬ ਨੇ ਸੁਨੇਹਾ ਦਿੱਤਾ। ਏਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਮਹਿਲਾਵਾਂ ਵਾਸਤੇ, ਔਰਤਾਂ ਵਾਸਤੇ ਗੁਰਬਾਣੀ 'ਚ ਦਰਜ ਹੈ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜੋ ਆਪਣੇ ਪੇਟ 'ਚੋਂ ਰਾਜੇ ਪੈਦਾ ਕਰਦੀ ਹੈ, ਉਹਨੂੰ ਕਿਵੇਂ ਮੰਦਾ ਕਹਿ ਸਕਦੇ ਹਾਂ? ਦੁੱਖ ਦੀ ਗੱਲ ਹੈ, ਅੱਜ ਵੀ 20%, ਵੈਸੇ ਤਾਂ ਬਹੁਤ ਹੁਣ ਪੜ੍ਹੇ ਲਿਖੇ ਲੋਕ ਨੇ, ਬਹੁਤ ਹੀ ਜਾਗਰੂਕਤਾ ਆ ਗਈ, ਪਰ ਹਜੇ ਵੀ ਧੀਆਂ ਨੂੰ ਜੰਮਣ ਤੋਂ ਪਹਿਲਾਂ ਕੁੱਖ ਦੇ ਵਿੱਚ ਮਾਰਨ ਦੀ ਪ੍ਰਵਿਰਤੀ ਹੈਗੀ ਹੈ। ਇੱਕ ਧੀ ਜਿਹੜੀ ਹਜੇ ਜੰਮੀ ਨਹੀਂ, ਹਜੇ ਦੁਨੀਆ 'ਚ ਨਹੀਂ ਆਈ, ਉਹ ਮਾਂ ਦੇ ਪੇਟ 'ਚੋਂ ਮਾਂ ਨਾਲ ਗੱਲ ਕਰ ਰਹੀ ਹੈ, ਕਿਉਂਕਿ ਬਾਹਰ ਗੱਲਾਂ ਸੁਣ ਰਹੀ ਹੈ ਜਿਹੋ ਜਿਹੀਆਂ ਚੱਲ ਰਹੀਆਂ ਨੇ ਘਰ 'ਚ। ਉਹ ਕਹਿੰਦੀ ਆ ਜਾ ਬੈਠ ਨੀ ਮਾਏ, ਗੱਲਾਂ ਕਰੀਏ ਕੰਮ ਦੀਆਂ। ਆ ਧਿਆਨ ਨਾਲ ਸੁਣ ਲਿਓ, ਆ ਜਾ ਬੈਠ ਨੀ ਮਾਏ, ਗੱਲਾਂ ਕਰੀਏ ਕੰਮ ਦੀਆਂ। ਰਾਜਗੁਰੂ ਸੁਖਦੇਵ ਭਗਤ ਸਿੰਘ ਮਾਵਾਂ ਹੀ ਨੇ ਜੰਮਦੀਆਂ, ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ। ਕੁੱਖ ਦੇ ਵਿੱਚ ਨਾ ਕਤਲ ਕਰਾਈ, ਇਹੀ ਮੇਰੀ ਅਰਜ਼ ਨਹੀਂ ਮਾਏ। ਸੋ ਅੱਜ ਲੋੜ ਇਸ ਗੱਲ ਦੀ ਹੈ ਕਿ ਧੀਆਂ ਨੂੰ ਜੰਮੀਏ ਤੇ ਜੰਮ ਕੇ ਉਹਨਾਂ ਨੂੰ ਉੱਡਣ ਦਾ ਵੀ ਮੌਕਾ ਦੇਈਏ, ਪੜ੍ਹਨ ਦਾ ਮੌਕਾ ਦੇਈਏ, ਉਹਨਾਂ ਨੂੰ ਤਰੱਕੀਆਂ ਕਰਨ ਦਾ ਮੌਕਾ ਦੇਈਏ। ਤੁਸੀਂ ਰਿਜ਼ਲਟ ਦੇਖ ਲਓ, ਪਿਛਲੇ 20 ਸਾਲ ਦੇ ਦੇਖ ਲਓ,
8ਵੀਂ ਦੇ 10ਵੀਂ ਦੇ 12ਵੀਂ ਦੇ BA ਦੇ MA ਦੇ ਆਹੀ ਖਬਰ ਹੁੰਦੀ ਹੈ। ਇਸ ਵਾਰ ਕੁੜੀਆਂ ਨੇ ਫਿਰ ਮਾਰੀ ਬਾਜੀ, ਇਸ ਵਾਰ ਕੁੜੀਆਂ ਫਿਰ ਫਸਟ। ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਬਸ। ਸਾਡੀਆਂ ਕੁਰਬਾਨੀਆਂ ਗੁਰੂ ਅਰਜਨ ਸਾਹਿਬ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੱਤੀ ਤਵੀ ਤੇ ਬੈਠ ਕੇ ਜ਼ੁਲਮ ਦਾ ਟਾਕਰਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਕ ਜਾ ਕੇ ਸੀਸ ਲਹਾਇਆ। ਗੁਰੂ ਗੋਬਿੰਦ ਸਿੰਘ ਸਰਵੰਸ ਦਾਨੀ, ਜਿਨ੍ਹਾਂ ਨੇ ਸਰਵੰਸ ਵਾਰਤਾ, ਕਿਤੇ ਮਿਸਾਲ ਨਹੀਂ ਮਿਲਦੀ ਹੈ ਜੀ ਦੁਨੀਆ 'ਚ। ਅਸੀਂ ਉਹਨਾਂ ਪੁਰਖਿਆਂ ਦੀ ਔਲਾਦ ਹਾਂ। ਸਾਡੇ ਉਹ ਗੁਰੂ ਰਹੇ ਨੇ ਜਿਨ੍ਹਾਂ ਨੇ ਬਹੁਤ ਚਿਰ ਪਹਿਲਾਂ ਜਬਰ ਜ਼ੁਲਮ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਸੀ। ਜੇ ਮੈਂ ਕਹਾਂ ਕਿ ਅੱਜ ਆਪਾਂ ਆਜ਼ਾਦ ਪੂਰੀ ਤਰ੍ਹਾਂ ਹੋ ਗਏ ਤਾਂ ਮੈਂ ਗਲਤ ਹੋਊਂਗਾ। ਹਜੇ ਉਹ ਆਜ਼ਾਦੀ ਆਪਣੇ ਘਰਾਂ 'ਚ ਨਹੀਂ ਪਹੁੰਚੀ ਜਿਹੜੀ ਸ਼ਹੀਦ ਭਗਤ ਸਿੰਘ ਹੋਰਾਂ ਨੇ ਸੁਪਨਿਆਂ 'ਚ ਸੋਚੀ ਸੀ। ਸੋ ਅੱਜ ਦੇ ਐਪੀਸੋਡ ਦਾ ਕੰਕਲੂਜਨ ਸਰ ਜੀ, ਖਬਰਾਂ ਵਿੱਚੋਂ ਖਬਰ ਸੁਣੀ, ਖਬਰ ਦੇ ਵਿੱਚ ਸ਼ਹੀਦ। ਖਬਰਾਂ ਵਿੱਚੋਂ ਖਬਰ ਸੁਣੀ, ਖਬਰ ਦੇ ਵਿੱਚ ਸ਼ਹੀਦ। ਜਿਨ੍ਹਾਂ ਆਜ਼ਾਦੀ ਲੈ ਕੇ ਦਿੱਤੀ ਕਰਕੇ ਖੂਨ ਰਸੀਦ। ਤੇ ਇਸ ਫਿਜ਼ਾ ਵਿੱਚ ਗੂੰਜਣਗੇ ਸਦੀਆਂ ਤੱਕ ਉਹ ਨਾਮ। ਸਦਾ ਹੀ ਅਸਾਂ ਕਹਿੰਦੇ ਰਹਿਣਾ ਸ਼ਹੀਦਾਂ ਨੂੰ ਪ੍ਰਣਾਮ। ਸਦਾ ਹੀ ਅਸਾਂ ਕਰਦੇ ਰਹਿਣਾ ਸ਼ਹੀਦਾਂ ਨੂੰ ਪ੍ਰਣਾਮ। ਜੀ ਸਰ। ਸੋ ਸ਼ਹੀਦਾਂ ਨੂੰ ਪ੍ਰਣਾਮ ਤੇ ਇੰਡੀਪੈਂਡੈਂਸ ਡੇ ਦੀ ਲੱਖ ਲੱਖ ਮੁਬਾਰਕਾਂ। ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਦੇਖਦੇ ਰਹੋ ਸਾਡੇ ਸ਼ੋਜ਼ ਐਂਡ ਡੂ ਨਾਟ ਫੋਰਗੇਟ ਟੂ ਸਬਸਕ੍ਰਾਈਬ ਟੂ ਆਰ ਚੈਨਲ ਐਂਡ ਡਾਊਨਲੋਡ ਆਰ ਐਪ। ਸਤਿ ਸ਼੍ਰੀ ਅਕਾਲ।